हाँ जी स्टूडेंट्स, लास्ट टाइम ਤੁਸੀਂ ਕੋਹਲਰਸ ਲਾ ਤੇ ਬੇਸਡ ਨੂਮੈਰੀਕਲ ਡਿਸਕਸ ਕੀਤਾ ਸੀ। ਆਈ ਹੋਪ ਕਿ ਤੁਸੀਂ ਹੋਰ ਵੀ ਕੋਈ ਨੂਮੈਰੀਕਲ ਅੱਗੇ ਜ਼ਰੂਰ ਦੇਖੇ ਹੋਣਗੇ। ਜੇਕਰ ਕੋਈ ਪ੍ਰੋਬਲਮ ਆਉਂਦੀ ਉਸ ਦੇ ਵਿੱਚ ਦੈਨ ਯੂ ਕੈਨ ਆਸਕ ਐਨੀ ਟਾਈਮ। ਤੇ ਨੈਕਸਟ ਟੌਪਿਕ ਜੋ ਆਪਾਂ ਇੱਥੇ ਡਿਸਕਸ ਕਰਾਂਗੇ ਉਹ ਹੈ ਹੁਣ ਸਾਡੇ ਕੋਲ ਇਲੈਕਟ੍ਰੋਕੈਮੀਕਲ ਚੇਂਜਸ, ਕਿਉਂਕਿ ਚੈਪਟਰ ਜੋ ਹੈ ਇਹੀ ਇਲੈਕਟ੍ਰੋਕੈਮਿਸਟਰੀ ਦਾ ਹੈ। ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਤੁਹਾਨੂੰ ਕਿ ਕੈਮੀਕਲਸ ਦੇ ਦੁਆਰਾ ਕਿਵੇਂ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਜਾਂਦੀ ਹੈ ਜਾਂ ਇਲੈਕਟ੍ਰਿਸਿਟੀ ਦੀ ਹੈਲਪ ਦੇ ਨਾਲ ਕਿਵੇਂ ਕੈਮੀਕਲ ਚੇਂਜਸ ਲਿਆਂਦੀਆਂ ਜਾਂਦੀਆਂ ਨੇ, ਉਹ ਆਪਾਂ ਇੱਥੇ ਟੌਪਿਕ ਜੋ ਹੈ ਡਿਸਕਸ ਕਰਨਾ ਹੈ। ਸੋ ਇਲੈਕਟ੍ਰੋਕੈਮੀਕਲ ਚੇਂਜਸ ਕਹਿ ਕੇ ਇਹਨਾਂ ਨੂੰ ਦੇ ਦਿੰਦੇ ਆਪਾਂ। ਪਹਿਲਾਂ ਤਾਂ ਇਹ ਡਿਸਕਸ ਕਰਾਂਗੇ ਦ ਕੈਮੀਕਲ ਚੇਂਜਸ ਵਿਚ ਇਨਵੋਲਵ ਦ ਫਲੋ ਆਫ ਇਲੈਕਟ੍ਰਿਕ ਕਰੰਟ। ਉਹ ਕੈਮੀਕਲ ਚੇਂਜਸ ਜਿਨ੍ਹਾਂ ਦੇ ਵਿੱਚ ਇਲੈਕਟ੍ਰਿਕ ਕਰੰਟ ਦੇ ਫਲੋ ਦੇ ਬਾਰੇ ਡਿਸਕਸ ਕੀਤਾ ਜਾਂਦਾ ਹੈ ਆਰ ਕਾਲਡ ਇਲੈਕਟ੍ਰੋਕੈਮੀਕਲ ਚੇਂਜਸ। ਤੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇਹ ਇਲੈਕਟ੍ਰੋਕੈਮੀਕਲ ਚੇਂਜਸ। ਨੰਬਰ 1 ਇਲੈਕਟ੍ਰੋਕੈਮੀਕਲ ਸੈਲਸ ਔਰ ਗਲਵੈਨਿਕ ਸੈਲਸ। ਇਲੈਕਟ੍ਰੋਕੈਮੀਕਲ ਸੈੱਲ ਪਹਿਲਾਂ ਵੀ ਇਹਦੇ ਬਾਰੇ ਦੱਸਿਆ ਸੀ ਕਿ ਉਹ ਸੈੱਲ ਜਿਨ੍ਹਾਂ ਦੇ ਵਿੱਚ ਕੈਮੀਕਲਸ ਜਿਹੜੇ ਨੇ ਉਹਨਾਂ ਦੇ ਵਿੱਚ ਸਪੌਂਟੇਨੀਅਸ ਰਿਡੌਕਸ ਰਿਐਕਸ਼ਨ ਹੋ ਕੇ ਉਹਨਾਂ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਜਾਂਦੀ ਹੈ, ਉਹਨਾਂ ਨੂੰ ਇਲੈਕਟ੍ਰੋਕੈਮੀਕਲ ਸੈਲਸ ਕਹਿੰਦੇ ਆ। ਉਹੀ ਚੀਜ਼ ਇੱਥੇ ਇਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ, ਦ ਡਿਵਾਈਸਸ ਇਨ ਵਿਚ ਦ ਕੈਮੀਕਲ ਐਨਰਜੀ ਆਫ ਏ ਸਪੌਂਟੇਨੀਅਸ ਰਿਡੌਕਸ ਰਿਐਕਸ਼ਨ। ਸਪੌਂਟੇਨੀਅਸ ਜਿਹੜਾ ਆਪਣੇ ਆਪ ਹੁੰਦਾ, spontaneous redox reaction is converted into electrical energy are called electrochemical cells or galvanic cells। ਉਹ devices, ਉਹ machines ਜਿਨ੍ਹਾਂ ਦੇ ਵਿੱਚ ਕੈਮੀਕਲ એનર્ਜੀ ਕਿਸੇ ਵੀ ਸਪੌਂਟੇਨੀਅਸ ਰਿਡੌਕਸ ਰਿਐਕਸ਼ਨ ਦੀ ਉਸਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕੀਤਾ ਜਾਂਦਾ ਹੈ। ਮੀਨਸ ਉਹਦੀ ਹੈਲਪ ਦੇ ਨਾਲ ਇਲੈਕਟ੍ਰੀਕਲ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਹੈ। ਇਹੋ ਜਿਹੇ ਸੈਲਸ ਨੂੰ ਇਲੈਕਟ੍ਰੋਕੈਮੀਕਲ ਸੈਲਸ ਦਾ ਨਾਮ ਦਿੱਤਾ ਜਾਂਦਾ ਹੈ। ਤੇ ਦੂਜੀ ਇਲੈਕਟ੍ਰੋਕੈਮੀਕਲ ਚੇਂਜ ਹੁੰਦੀ ਹੈ ਇਲੈਕਟ੍ਰੋਲਿਟਿਕ ਸੈਲਸ। ਇਲੈਕਟ੍ਰੋਲਿਟਿਕ ਸੈਲਸ ਜਿਹੜੇ ਨੇ ਇਹਨਾਂ ਦੇ ਵਿੱਚ ਡਿਫਰੈਂਟ ਪ੍ਰੋਸੈਸ ਹੁੰਦੀ ਹੈ, ਬਿਲਕੁਲ ਉਲਟ ਹੋ ਜਾਂਦੀ ਹੈ ਇਲੈਕਟ੍ਰੋਕੈਮੀਕਲ ਤੋਂ। ਇੱਥੇ ਕੀ ਹੁੰਦਾ ਹੈ ਕਿ ਇਲੈਕਟ੍ਰਿਸਿਟੀ ਬਾਹਰੋਂ ਪ੍ਰੋਵਾਈਡ ਕਰਵਾ ਕੇ ਜੋ ਕੈਮੀਕਲਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਪੌਂਟੇਨੀਅਸ ਰਿਡੌਕਸ ਰਿਐਕਸ਼ਨ ਨਹੀਂ ਹੋ ਸਕਦਾ, ਉਹਨਾਂ ਕੈਮੀਕਲਸ ਨੂੰ ਬਾਹਰੋਂ ਇਲੈਕਟ੍ਰਿਸਿਟੀ ਦਿੱਤੀ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਪੋਜ਼ਿਟਿਵ ਤੇ ਨੈਗੇਟਿਵਲੀ ਚਾਰਜਡ ਆਇਨਸ ਦੇ ਵਿੱਚ ਤੋੜ ਕੇ ਉਹਨਾਂ ਦੀ ਆਕਸੀਡੇਸ਼ਨ ਤੇ ਰਿਡਕਸ਼ਨ ਕਰਵਾਈ ਜਾਂਦੀ ਹੈ। ਇਸ ਦੇ ਬਾਰੇ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਪਹਿਲਾਂ ਇਹ ਜੋ ਇਲੈਕਟ੍ਰੋਕੈਮੀਕਲ ਸੈੱਲ ਹੈ, ਪਹਿਲਾਂ ਇਸ ਦੇ ਬਾਰੇ ਇੱਥੇ ਡਿਸਕਸ ਕਰਾਂਗੇ। ਸੋ ਇਲੈਕਟ੍ਰੋਕੈਮੀਕਲ ਸੈੱਲ ਔਰ ਗਲਵੈਨਿਕ ਸੈੱਲ ਇਹ ਤੁਸੀਂ ਸਾਰਿਆਂ ਨੇ +1 ਦੇ ਵਿੱਚ ਡਿਸਕਸ ਕੀਤਾ ਹੋਇਆ, ਤੇ ਉਹੀ ਜੋ +1 'ਚ ਤੁਸੀਂ ਲਿਖਿਆ ਸੀ ਇਹਦੇ ਬਾਰੇ ਉਹੀ ਸਾਰਾ ਕੁਝ ਜੋ ਟੌਪਿਕ ਹੈ ਤੁਸੀਂ ਇੱਥੇ ਲਿਖਣਾ ਹੈ। ਸੋ ਇੱਥੇ ਦੇਖੋ ਤੁਸੀਂ ਦੋ ਕੰਟੇਨਰ ਬਣੇ ਹੋਏ ਹੈ। ਇੱਕ ਕੰਟੇਨਰ ਜਿਹਦੇ ਵਿੱਚ 1 ਮੋਲਰ ਜ਼ਿੰਕ ਸਲਫੇਟ ਸੋਲਿਊਸ਼ਨ ਤੇ ਦੂਜਾ ਕੰਟੇਨਰ ਹੈ ਜਿਹਦੇ ਵਿੱਚ 1 ਮੋਲਰ ਕਾਪਰ ਸਲਫੇਟ ਸੋਲਿਊਸ਼ਨ ਹੈ। ਜ਼ਿੰਕ ਕੰਟੇਨਰ ਦੇ ਵਿੱਚ, ਜ਼ਿੰਕ ਸਲਫੇਟ ਵਾਲੇ ਕੰਟੇਨਰ ਦੇ ਵਿੱਚ ਜ਼ਿੰਕ ਦੀ ਰੋਡ ਡਿਪ ਕੀਤੀ ਹੋਈ ਹੈ। ਕਾਪਰ ਸਲਫੇਟ ਵਾਲੇ ਦੇ ਵਿੱਚ ਕਾਪਰ ਦੀ ਰੋਡ ਜੋ ਹੈ ਡਿਪ ਕੀਤੀ ਹੋਈ ਹੈ। ਤੇ ਇਹਨੂੰ ਐਨੋਡ ਦਾ ਨਾਮ ਨੈਗੇਟਿਵ ਚਾਰਜ, ਇਹਨੂੰ ਕੈਥੋਡ ਦਾ ਨਾਮ ਪੋਜ਼ਿਟਿਵ ਚਾਰਜ, ਤੇ ਇਹਨਾਂ ਨੂੰ ਵਾਇਰ ਦੇ ਥਰੂ ਇੱਕ ਐਮੀਟਰ ਦੇ ਨਾਲ ਅਟੈਚ ਕੀਤਾ ਹੋਇਆ। ਤੇ ਇਹ ਦੋਨੋਂ ਜਿਹੜੇ ਸੋਲਿਊਸ਼ਨਸ ਨੇ ਇਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਦੇ ਲਈ ਇੱਕ ਸਾਲਟ ਬ੍ਰਿਜ ਜੋ ਹੈ ਉਹ ਲਗਾਇਆ ਜਾਂਦਾ ਹੈ। ਆ ਸਾਲਟ ਬ੍ਰਿਜ ਦੇ ਵਿੱਚ ਦੋ ਪੋਰਸ ਪਲੱਗ ਲਗਾਏ ਜਾਂਦੇ ਆ ਤੇ ਸਾਲਟ ਬ੍ਰਿਜ ਦੇ ਵਿੱਚ ਇੱਕ ਇਨਰਟ ਸੋਲਿਊਸ਼ਨ ਫਿਲ ਕੀਤਾ ਜਾਂਦਾ ਹੈ KCl ਵਗੈਰਾ ਦਾ ਜਾਂ ਪੋਟਾਸ਼ੀਅਮ ਨਾਈਟ੍ਰੇਟ ਦਾ, ਜੋ ਕਿ ਰਿਐਕਸ਼ਨ ਨਹੀਂ ਕਰਦਾ। ਇਹਨਾਂ ਦੋਨਾਂ ਸੋਲਿਊਸ਼ਨਸ ਨੂੰ ਆਪਸ 'ਚ ਕਨੈਕਟ ਵੀ ਕਰਕੇ ਰੱਖਦਾ ਹੈ, ਇਹਨਾਂ ਦੀ ਇਲੈਕਟ੍ਰੀਕਲ ਨਿਊਟਰਲਿਟੀ ਵੀ ਬਰਕਰਾਰ ਰੱਖਦਾ ਹੈ, ਬਟ ਰਿਐਕਸ਼ਨ ਕਿਸੇ ਦੇ ਨਾਲ ਨਹੀਂ ਕਰਦਾ, ਨਾ ਜ਼ਿੰਕ ਸਲਫੇਟ ਦੇ ਨਾਲ ਤੇ ਨਾ ਹੀ ਕਾਪਰ ਸਲਫੇਟ ਦੇ ਨਾਲ। ਸੋ ਇਹ ਜੋ ਹੈ ਇੱਥੇ ਸੈਟਅਪ ਤੁਸੀਂ ਇੱਥੇ ਅਰੇਂਜ ਕਰ ਲੈਣਾ ਇਹਦੇ 'ਚ। ਸੋ ਲਿਖਿਆ ਵੀ ਹੋਇਆ ਇਹਦੇ ਵਿੱਚ, ਇਟ ਇਜ਼ ਏ ਡਿਵਾਈਸ ਇਨ ਵਿਚ ਇਲੈਕਟ੍ਰੀਕਲ ਐਨਰਜੀ ਇਜ਼ ਪ੍ਰੋਡਿਊਸਡ ਬਾਏ ਕੈਮੀਕਲ ਰਿਐਕਸ਼ਨ। ਉਹ ਡਿਵਾਈਸ ਹੈ ਜਿਹਦੇ ਵਿੱਚ ਇਲੈਕਟ੍ਰੀਕਲ ਐਨਰਜੀ ਪ੍ਰੋਡਿਊਸ ਕੀਤੀ ਜਾਂਦੀ ਹੈ ਕੈਮੀਕਲ ਰਿਐਕਸ਼ਨ ਦੇ ਦੁਆਰਾ। ਇਨ ਇਲੈਕਟ੍ਰੋਕੈਮੀਕਲ ਸੈੱਲ ਦਾ ਆਕਸੀਡੇਸ਼ਨ ਐਂਡ ਰਿਡਕਸ਼ਨ ਅਕਰਸ ਸਾਈਮਲਟੇਨੀਅਸਲੀ ਇਨ ਟੂ ਡਿਫਰੈਂਟ ਕੰਟੇਨਰਸ ਕਾਲਡ ਹਾਫ ਸੈਲਸ। ਇਹ ਦੋ ਡਿਫਰੈਂਟ ਕੰਟੇਨਰ ਜਿਹੜੇ ਨੇ ਇਹਨਾਂ ਦੇ ਵਿੱਚ ਇੱਕ 'ਚ ਆਕਸੀਡੇਸ਼ਨ ਹੁੰਦੀ ਹੈ, ਐਨੋਡ 'ਤੇ ਹਮੇਸ਼ਾ ਆਕਸੀਡੇਸ਼ਨ ਹੁੰਦੀ ਹੈ, ਤੇ ਕੈਥੋਡ 'ਤੇ ਹਮੇਸ਼ਾ ਰਿਡਕਸ਼ਨ ਹੁੰਦੀ ਹੈ, ਮੀਨਸ ਗੇਨ ਆਫ ਇਲੈਕਟ੍ਰੋਨ। ਇਹ ਇਲੈਕਟ੍ਰੋਨ ਲੂਜ਼ ਕਰਦਾ ਹੈ, ਇਹ ਇਲੈਕਟ੍ਰੋਨ ਗੇਨ ਕਰਦਾ ਹੈ। ਸੋ ਇਹ ਜਿਹੜੇ ਦੋਨੋਂ ਕੰਟੇਨਰਸ ਨੇ ਇਹਨਾਂ ਨੂੰ ਹਾਫ ਸੈਲਸ ਦਾ ਨਾਮ ਦਿੱਤਾ ਜਾਂਦਾ ਹੈ। ਨੈਕਸਟ ਕੰਸਟਰਕਸ਼ਨ ਐਂਡ ਵਰਕਿੰਗ। ਇਹ ਵੈਸੇ ਤੁਸੀਂ +1 'ਚ ਜੋ ਲਿਖੀ ਹੈ ਸੇਮ ਉਹੀ ਟੌਪਿਕ ਹੈ, ਕੋਈ ਇਹਦੇ ਵਿੱਚ ਚੇਂਜ ਨਹੀਂ ਹੈ, ਕੱਲਾ ਵਰਡ ਵੀ ਉਹੀ ਮਿਲਦਾ ਹੋਏਗਾ। ਇੱਕ ਵਾਰ ਫਿਰ ਮੈਂ ਪੜ੍ਹ ਕੇ ਦੱਸ ਦਿੰਦਾ ਤੁਹਾਨੂੰ। The arrangement consists of two beakers, one of which is filled with 1 molar zinc sulfate solution and the other with copper sulfate solution. A zinc rod is dipped in zinc sulfate solution while a copper rod is dipped in copper sulfate solution. These two rods are called
electrodes, and these electrodes in the beaker are connected to the ammeter with the help of wires and a key, where ammeter is connected to measure the passage of electric current. Ammeter current ਦੇ ਬਾਰੇ ਦੱਸਦਾ। The solutions in the two beakers are connected by an inverted U-tube containing an inert solution of KCl, ਜਿਸ ਨੂੰ salt bridge ਦਾ ਨਾਮ ਦਿੰਦੇ ਆ। And the two openings of the salt bridge are plugged with some porous material like cotton। ਦੱਸਿਆ ਤੁਹਾਨੂੰ ਕਿ ਆ ਦੋ ਓਪਨਿੰਗਸ ਜਿਹੜੀਆਂ ਨੇ ਉਹਨਾਂ ਨੂੰ ਪੋਰਸ ਪਲੱਗ ਦੇ ਨਾਲ ਜੋੜਿਆ ਜਾਂਦਾ, ਬੰਦ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ when the key is inserted in the wires, ਜਦੋਂ ਕੀ ਇਨਸਰਟ ਕੀਤੀ ਜਾਂਦੀ ਹੈ then the circuit is complete, circuit complete ਹੋ ਜਾਂਦਾ and it is observed that the electric current flows through the external circuit। ਤੇ ਨਾਲ ਦੀ ਨਾਲ ਇਹ ਚੀਜ਼ ਦੇਖੀ ਜਾਂਦੀ ਹੈ ਕਿ ਇਲੈਕਟ੍ਰਿਕ ਕਰੰਟ ਜੋ ਹੈ ਉਹ ਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ, which is indicated by the ammeter, ਜਿਹੜਾ ammeter ਦੀ ਡਿਫਲੈਕਸ਼ਨ ਦੇ ਦੁਆਰਾ ਸ਼ੋ ਕੀਤਾ ਜਾਂਦਾ ਹੈ। When ammeter shows the deflection of the current, then the following observations are made। ਜਦੋਂ ਫਿਰ ਕਰੰਟ ਪ੍ਰੋਡਿਊਸ ਹੋਣਾ ਸ਼ੁਰੂ ਹੋ ਜਾਂਦਾ ਉਸ ਸਮੇਂ ਕੀ ਆਬਜ਼ਰਵੇਸ਼ਨਸ ਦੇਖਣ ਨੂੰ ਮਿਲਦੀਆਂ ਨੇ। The zinc rod gradually loses its weight। ਤੁਸੀਂ ਇਹ ਦੇਖਿਆ ਹੋਵੇਗਾ ਕਿ ਜ਼ਿੰਕ ਰੋਡ ਪਹਿਲਾਂ ਹੀ ਇਸ ਤਰ੍ਹਾਂ ਬਣਾਈ ਹੋਈ ਹੈ ਕਿ ਖੁਰੀ ਹੋਈ ਹੈ। ਇਟ ਮੀਨਸ ਜ਼ਿੰਕ ਰੋਡ ਦੀ ਆਕਸੀਡੇਸ਼ਨ ਹੋਣੀ ਸ਼ੁਰੂ ਹੋ ਗਈ, ਉਸਨੇ ਇਲੈਕਟ੍ਰੋਨ ਲੂਜ਼ ਕਰਨੇ ਸ਼ੁਰੂ ਕਰ ਦਿੱਤੇ, ਉਹ ਖੁਰਨਾ ਸ਼ੁਰੂ ਹੋ ਗਈ, ਆਕਸੀਡੇਸ਼ਨ ਹੋ ਗਈ ਇਹਦੀ। ਸੈਕਿੰਡ, the concentration of Zn2 positive aqueous in the zinc sulfate solution increases। means Zn2 positive ions ਦੀ concentration ਇਸ zinc sulfate solution ਦੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜ਼ਿੰਕ ਦੀ ਰੋਡ ਖੁਰ ਰਹੀ ਹੈ ਤਾਂ ਇਟ ਮੀਨਸ ਇੱਥੇ ਜ਼ਿੰਕ ਦੇ ਆਇਨਸ ਜੋ ਨੇ ਉਹ ਵਧਣੇ ਸ਼ੁਰੂ ਹੋ ਜਾਂਦੇ ਆ। ਨੈਕਸਟ ਜੋ ਥਰਡ ਇਹਦੇ ਵਿੱਚ ਪੋਸਟੂਲੇਟ ਆਉਂਦਾ ਹੈ, ਕਾਪਰ ਗੈਟਸ ਡਿਪੋਜ਼ਿਟਡ ਔਨ ਦਾ ਕਾਪਰ ਇਲੈਕਟ੍ਰੋਡ, ਤੇ ਦੂਜੇ ਪਾਸੇ ਕਾਪਰ ਜੋ ਹੈ ਉਹ ਕਾਪਰ ਦੀ ਇਲੈਕਟ੍ਰੋਡ ਦੇ ਉੱਤੇ ਡਿਪੋਜ਼ਿਟ ਹੋਣੀ ਸ਼ੁਰੂ ਹੋ ਜਾਂਦੀ ਹੈ। The concentration of copper 2 positive aqueous in the copper sulfate solution decreases, ਕਿਉਂਕਿ ਉੱਥੇ ਰਿਡਕਸ਼ਨ ਹੋਣੀ ਸ਼ੁਰੂ ਹੋ ਗਈ, ਕਾਪਰ ਦੇ ਜੋ ਆਇਨਸ ਜਿਹੜੇ ਨੇ ਉਹ ਕਾਪਰ ਦੀ ਇਲੈਕਟ੍ਰੋਡ ਦੇ ਉੱਪਰ ਜਾਣੇ ਸ਼ੁਰੂ ਹੋ ਗਏ। ਇਟ ਮੀਨਸ ਸੋਲਿਊਸ਼ਨ ਦੇ ਵਿੱਚ ਕਾਪਰ ਆਇਨਸ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। There is a flow of electrons in the external circuit from zinc rod to copper rod। means ਰਾਈਟ ਵਾਲਾ ਜੋ ਹਾਫ ਸੈੱਲ ਹੈ ਉਸ ਤੋਂ ਲੈਫਟ ਵਾਲੇ ਹਾਫ ਸੈੱਲ ਨੂੰ ਇਲੈਕਟ੍ਰੋਨਸ ਜਾਣੇ ਸ਼ੁਰੂ ਹੋ ਜਾਂਦੇ ਆ। therefore the current flows from copper to zinc, ਜਿਹਦੇ ਕਰਕੇ ਕਰੰਟ ਜੋ ਹੈ ਉਹ ਕਾਪਰ ਤੋਂ ਗਲਤ ਕਿਆ ਹੋ ਗਿਆ ਪਹਿਲਾਂ ਕਿ ਜੋ ਇਲੈਕਟ੍ਰੋਨਸ ਨੇ ਉਹ ਜ਼ਿੰਕ ਰੋਡ ਤੋਂ ਕਾਪਰ ਰੋਡ ਵੱਲ ਜਾਂਦੇ ਆ ਤੇ ਕਰੰਟ ਜੋ ਹੈ ਉਹ ਕਾਪਰ ਰੋਡ ਤੋਂ ਜ਼ਿੰਕ ਰੋਡ ਵੱਲ ਆਉਂਦਾ ਹੈ। ਸੋ ਇਹ ਜੋ ਆਬਜ਼ਰਵੇਸ਼ਨਸ ਨੇ ਦੇਖਣ ਨੂੰ ਮਿਲਦੀਆਂ ਨੇ ਤੇ ਇਹਨਾਂ ਆਬਜ਼ਰਵੇਸ਼ਨਸ ਤੋਂ ਫਿਰ ਇੱਥੇ ਕੁਝ ਰਿਐਕਸ਼ਨ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਆ। ਡਿਊਰਿੰਗ ਦਾ ਰਿਐਕਸ਼ਨ ਜ਼ਿੰਕ ਇਜ਼ ਆਕਸੀਡਾਈਜ਼ਡ ਟੂ Zn2 ਪੋਜ਼ਿਟਿਵ ਆਇਨਸ। ਸੋ ਜ਼ਿੰਕ ਦੀ ਜੋ ਰੋਡ ਹੈ ਉਹ ਜਦੋਂ ਰਿਐਕਸ਼ਨ ਹੁੰਦਾ ਹੈ Zn2 ਪੋਜ਼ਿਟਿਵ ਆਇਨਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਮੀਨਸ 2 ਇਲੈਕਟ੍ਰੋਨਸ ਉਹ ਲੂਜ਼ ਕਰ ਦਿੰਦੀ ਹੈ, ਇਹਦੀ ਆਕਸੀਡੇਸ਼ਨ ਹੋ ਗਈ। whereas the copper ions gets electrons from the zinc and converted into copper solid and gets deposited on the copper electrode। ਜੋ copper 2 positive ions ਹੁੰਦੇ ਨੇ ਰਾਈਟ ਹੈਂਡ ਸਾਈਡ ਤੇ ਉਹ ਜ਼ਿੰਕ ਨੇ ਜਿਹੜੇ ਇਲੈਕਟ੍ਰੋਨ ਲੂਜ਼ ਕੀਤੇ ਹੁੰਦੇ ਆ ਜਿਹੜੇ ਇਲੈਕਟ੍ਰੋਨ ਜ਼ਿੰਕ ਲੂਜ਼ ਕਰਦਾ ਉਹਨਾਂ ਨੂੰ ਗੇਨ ਕਰ ਲੈਂਦੇ ਤੇ ਇਹ ਕਾਪਰ ਸੋਲਿਡ 'ਚ ਕਨਵਰਟ ਹੋ ਜਾਂਦੇ ਤੇ ਇਹਨਾਂ ਦੀ ਰਿਡਕਸ਼ਨ ਹੋ ਜਾਂਦੀ ਹੈ। From this we can say that oxidation occurs at anode and reduction occurs at cathode। ਸੋ ਇਹ ਚੀਜ਼ ਫਿਰ ਇੱਥੋਂ ਦੇਖੀ ਜਾਂਦੀ ਹੈ ਕਿ ਆਕਸੀਡੇਸ਼ਨ ਐਨੋਡ ਤੇ ਹੋ ਗਈ ਤੇ ਰਿਡਕਸ਼ਨ ਕੈਥੋਡ ਤੇ ਹੋ ਗਈ। ਸੋ ਅੱਜ ਦੇ ਲਈ ਇਹਨਾਂ ਟੌਪਿਕ ਸਹੀ। ਨੈਕਸਟ ਜੋ ਇਸ ਦੀ ਸੈੱਲ ਦੀ ਫੰਕਸ਼ਨਿੰਗ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।